ਜਦੋਂ ਮੇਰੀ ਸੁਰਤ ਸੰਭਲੀ ਮੈਂ ਉਦੋਂ 7ਵੀਂ ਕਲਾਸ ਵਿੱਚ ਪੜ੍ਹਦੀ ਸੀ। ਸਵੇਰੇ ਉੱਠਦੀ, ਨਹਾ ਕੇ ਵਰਦੀ ਪਾ ਲੈਂਦੀ। ਮੰਮੀ ਮੈਨੂੰ ਆਵਾਜ਼ ਮਾਰਦੀ, ਅਮਰਤਾ ਆ ਜਾ ਪੁੱਤ, ਰੋਟੀ ਖਾ ਲੈ, ਵੈਨ ਦਾ ਟਾਈਮ ਹੋਣ ਵਾਲਾ। ਮੈਂ ਵੀ ਭੱਜ ਕੇ ਜਾਂਦੀ, ਰੋਟੀ ਖਾ ਕੇ ਆਪਣਾ ਟਿਫਨ ਬੈਗ ਵਿੱਚ ਪਾ ਲੈਂਦੀ। ਗੇਟ ਤੇ ਆ ਖੜ੍ਹਦੀ, ਵੈਨ ਵਿੱਚ ਬੈਠ ਕੇ ਸਕੂਲ ਜਾ ਵੜਦੀ। ਸਕੂਲ ਵਿੱਚ ਮੈਂ ਸਾਰਿਆਂ ਤੋਂ ਹੁਸ਼ਿਆਰ ਸੀ। ਮੈਡਮ ਨੇ ਮੈਨੂੰ ਮੋਨੀਟਰ ਲਾ ਦਿੱਤਾ। ਹੁਣ ਸਾਰੇ ਬੱਚੇ ਮੇਰੇ ਤੋਂ ਡਰਨਾ ਸ਼ੁਰੂ ਹੋ ਗਏ। ਮੈਂ ਹਰੇਕ ਨੂੰ ਡਾਂਟ ਦਿੰਦੀ। ਉਦੋਂ ਦਾ ਮਾਹੌਲ ਹੁਣ ਨਾਲੋਂ ਬਹੁਤ ਵੱਖਰਾ ਸੀ। ਹੁਣ ਮੇਰਾ ਛੋਟਾ ਭਰਾ ਵੀ ਮੇਰੇ ਨਾਲ ਪੜ੍ਹਨ ਆਉਣ ਲੱਗਿਆ। ਇਸ ਤਰ੍ਹਾਂ ਮੈਂ 10ਵੀਂ ਵਿੱਚ ਹੋ ਗਈ। ਉਸੇ ਤਰ੍ਹਾਂ ਹੀ ਹੁਸ਼ਿਆਰ ਪਹਿਲੇ ਨੰਬਰ ਤੇ ਆਂਦੀ ਰਹੀ। ਸਾਡੇ ਸਕੂਲ ਨਾਲ ਇੱਕ ਮੰਦਿਰ ਸੀ। ਸਕੂਲ ਦੇ ਸਾਰੇ ਬੱਚੇ ਬੈਗ ਕਲਾਸ ਵਿੱਚ ਰੱਖ ਕੇ ਮੱਥਾ ਟੇਕਣ ਲਈ ਜਾਂਦੇ। ਮੈਂ ਵੀ ਜਾਂਦੀ ਸੀ। ਇੱਕ ਦਿਨ ਮੈਂ ਰੂਟੀਨ ਵਾਂਗ ਮੱਥਾ ਟੇਕਣ ਜਾਣ ਲਈ ਸ਼ੂਜ਼ ਉਤਾਰ ਹੀ ਰਹੀ ਸੀ ਕਿ ਮੇਰੇ ਕੋਲ ਇੱਕ 30 ਕੁ ਸਾਲਾਂ ਦਾ ਨੌਜਵਾਨ ਆ ਕੇ ਖੜਾ ਹੋ ਗਿਆ। ਉਹ ਮੇਰੇ ਨਾਲ ਮੰਦਿਰ ਬਾਰੇ ਜਾਣਕਾਰੀ ਲੈਣ ਲੱਗਿਆ। ਮੈਂ ਉਹਨੂੰ ਦੱਸ ਕੇ ਆਪ ਮੱਥਾ ਟੇਕਣ ਜਾ ਵੜੀ ਤੇ ਉਹ ਲੜਕਾ ਵੀ। ਜਦ ਮੈਂ ਕਲਾਸ ਵਿੱਚ ਆਈ ਤਾਂ ਮੇਰੀ ਮੈਡਮ ਕੋਲ ਸ਼ਿਕਾਇਤ ਹੋ ਗਈ ਸੀ। ਇਹ ਕਿਸੇ ਮੁੰਡੇ ਨਾਲ ਗੱਲ ਕਰ ਰਹੀ ਸੀ। ਮੈਂ ਆਪਣਾ ਪੱਖ ਰੱਖਿਆ ਪਰ ਮੇਰੀ ਕਿਸੇ ਨੇ ਨਾ ਸੁਣੀ ਤੇ ਮੈਨੂੰ ਹੈੱਡ ਕੋਲ ਲਿਜਾਇਆ ਗਿਆ। ਉਹਨਾਂ ਨੇ ਮੇਰੇ ਘਰਦਿਆਂ ਨੂੰ ਬੁਲਾ ਲਿਆ। ਮੇਰੀ ਘਰ ਵਿੱਚ ਵੀ ਬਹੁਤ ਲਾਪਾ ਹੋਈ। ਮੈਂ ਸਿਰਫ ਰੋਈ ਜਾ ਰਹੀ ਸੀ। ਮੇਰਾ ਕਸੂਰ ਕਿੱਥੇ ਸੀ? ਹੁਣ ਘਰ ਦੇ ਵੀ ਮੈਨੂੰ ਉਪਰੀ ਜੀ ਨਿਗਾਹ ਨਾਲ ਦੇਖਣ ਲੱਗ ਗਏ। ਦਿਨ ਫਿਰ ਟੱਪਣ ਲੱਗੇ। ਮੈਂ ਪੜ੍ਹਨ ਤੇ ਆਪਣਾ ਧਿਆਨ ਲਾ ਦਿੱਤਾ। ਪੇਪਰਾਂ ਦੇ ਦਿਨ ਨੇੜੇ ਆ ਗਏ ਤੇ ਸਕੂਲ ਵਾਲਿਆਂ ਨੇ ਘਰੇ ਪੜ੍ਹਨ ਨੂੰ ਕਹਿ ਦਿੱਤਾ। ਮੈਂ ਵੀ ਘਰ ਪੜ੍ਹਨਾ ਸ਼ੁਰੂ ਕਰ ਦਿੱਤਾ। ਸਾਰਾ ਦਿਨ ਪੜ੍ਹਨਾ, ਰਾਤ ਨੂੰ ਵੀ 10 ਵਜੇ ਤੱਕ ਪੜ੍ਹਨ ਲਈ ਮੈਂ ਮੰਮੀ ਹੋਰਾਂ ਤੋਂ ਦੂਰ ਬਰਾਂਡੇ ਵਿੱਚ ਪੈਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਮੈਨੂੰ ਸੁੱਤੀ ਪਈ ਨੂੰ ਸੁਪਨਾ ਆਇਆ ਜਿਵੇਂ ਮੈਂ ਵਿਆਹ ਵਿੱਚ ਫੇਰ ਰਹੀ ਸੀ। ਮੇਰੇ ਵੀ ਬਾਹਲਾ ਸੋਹਣਾ ਸਲਵਾਰ ਕਮੀਜ਼ ਪਾਇਆ ਹੋਇਆ ਸੀ। ਜਾਗੋ ਦੀ ਤਿਆਰੀ ਚੱਲ ਰਹੀ ਸੀ। ਸਾਰੀਆਂ ਕੁੜੀਆਂ ਕਹਿ ਰਹੀਆਂ ਸੀ ਚਲੋ ਆਪਾਂ ਵੀ ਹੁਣ ਘੱਗਰੇ ਪਾ ਕੇ ਆਈਏ। ਮੈਂ ਵੀ ਜਾ ਵੜੀ। ਮੇਰਾ ਸੁਪਨਾ ਵੀ ਬੰਦ ਹੋ ਗਿਆ। ਅਗਲੀ ਸਵੇਰ ਮੰਮੀ ਮੈਨੂੰ ਉਠਾ ਰਹੀ ਸੀ। ਮੈਂ ਦੇਖਿਆ ਮੰਮੀ ਮੇਰੇ ਵੱਲ ਅੱਖਾਂ ਕੱਢ ਰਹੀ ਸੀ ਤੇ ਕਹਿ ਰਹੀ ਸੀ ਆਹ ਕੀ ਹੈ? ਮੈਂ ਦੇਖਿਆ ਮੇਰੀ ਸਲਵਾਰ ਮੇਰੇ ਸਿਰਹਾਣੇ ਵੱਲ ਪਈ ਸੀ। ਮੇਰੇ ਉੱਪਰ ਖੇਸ ਸੀ ਪਰ ਇਹ ਨਹੀਂ ਪਤਾ ਕਿ ਮੰਮੀ ਨੇ ਦਿੱਤਾ ਸੀ ਜਾਂ ਮੈਂ ਆਪੇ ਲਿਆ ਸੀ। ਫਿਰ ਸਿਰਫ ਕਮੀਜ਼ ਤੇ ਅੰਦਰਲੇ ਵਸਤਰ ਹੀ ਪਾਏ ਸੀ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਵੀ ਹੋ ਕੀ ਗਿਆ। ਮੈਂ ਆਪਣੇ ਕੱਪੜੇ ਪਾਏ, ਅੰਦਰ ਜਾ ਵੜੀ। ਮੈਨੂੰ ਲੱਗ ਰਿਹਾ ਸੀ ਕਿ ਮੇਰੇ ਕੋਲ ਗਲਤੀ ਤਾਂ ਹੋਈ ਹੈ ਪਰ ਨਾ ਚਾਹੁੰਦੇ ਹੋਏ। ਫਿਰ ਮੈਂ ਬਾਬੇ ਨਾਨਕ ਦੀ ਫੋਟੋ ਕੋਲ ਜਾ ਕੇ ਪੁੱਛ ਰਹੀ ਸੀ ਇਹਦੇ ਵਿੱਚ ਮੇਰਾ ਕੀ ਕਸੂਰ ਹੈ। ਹੁਣ ਮੰਮੀ ਮੇਰੇ ਨਾਲ ਹਰ ਗੱਲ ਤੇ ਆਪਣੀ ਪੜਾਸ ਕੱਢਣ ਲੱਗ ਗਈ। ਮੈਂ ਫਿਰ ਵੀ ਚੁੱਪ ਰਹਿੰਦੀ। ਮੈਂ ਆਪਣੇ ਸਾਰੇ ਪੇਪਰ ਦੇ ਦਿੱਤੇ ਤੇ ਪਹਿਲੇ ਨੰਬਰ ਤੇ ਆਈ ਪਰ ਕਿਸੇ ਨੇ ਵੀ ਖੁਸ਼ੀ ਨਾ ਮਨਾਈ। ਮੈਂ ਇੱਕ ਕੁੜੀ ਸੀ ਤਾਂ ਹੁਣ ਘਰਦਿਆਂ ਨੇ ਮੈਨੂੰ ਦੂਰ ਪੜ੍ਹਨ ਲਈ ਲਾ ਦਿੱਤਾ। ਮੈਂ ਹੋਸਟਲ ਵਿੱਚ ਰਹਿਣ ਲੱਗੀ। ਮੈਂ ਆਪਣੀ ਗ੍ਰੈਜੂਏਸ਼ਨ ਵੀ ਕਰ ਲਈ ਤੇ ਘਰੇ ਆ ਗਈ। ਹੁਣ ਮੈਂ ਕੋਰਸ ਕਰਨ ਲੱਗ ਗਈ। ਘਰ ਦੇ ਹੁਣ ਰਿਸ਼ਤਾ ਦੇਖਣ ਲੱਗ ਪਏ। ਮੇਰੇ ਘਰਦਿਆਂ ਨੇ ਮੇਰਾ ਰਿਸ਼ਤਾ ਰਾਜਸਥਾਨ ਵਿੱਚ ਕਰ ਦਿੱਤਾ। ਮੇਰੇ ਕੋਲੋਂ ਕੋਈ ਵੀ ਰਹਿ ਨਹੀਂ ਲਈ ਤੇ ਮੇਰੇ ਸ਼ਗਨ ਦਾ ਦਿਨ ਵੀ ਆ ਗਿਆ। ਮੈਂ ਦੇਖਿਆ ਮੇਰੇ ਘਰ ਵਾਲਾ ਕਾਲੇ ਰੰਗ ਦਾ ਸੀ। ਕੋਈ ਵੀ ਰਿਸ਼ਤੇਦਾਰ ਖੁਸ਼ ਨਹੀਂ ਸੀ। ਸਾਰੇ ਕਹਿ ਰਹੇ ਸੀ ਇਹਨਾਂ ਨੇ ਤਾਂ 40 ਵੇਗਿਆਂ ਤੇ ਕੁੜੀ ਦਾ ਰਿਸ਼ਤਾ ਕੀਤਾ। ਮੈਂ ਵੀ ਚੁੱਪ ਰਹੀ। ਹੁਣ ਮੇਰਾ ਵਿਆਹ ਵੀ ਹੋ ਗਿਆ। ਮੇਰੇ ਇੱਕ ਬੇਟੀ ਤੇ ਬੇਟੇ ਨੇ ਜਨਮ ਲਿਆ। ਮੇਰੇ ਲਈ ਸਿਰਫ ਮੇਰੇ ਬੱਚਿਆਂ ਤੋਂ ਸਿਵਾਏ ਕਿਸੇ ਹੋਰ ਵਿੱਚ ਦਿਲਚਸਪੀ ਨਹੀਂ ਸੀ। ਮੈਂ ਆਪਣੇ ਕੰਮ ਵਿੱਚ ਮਗਨ ਰਹਿੰਦੀ। ਮੇਰੇ ਕਰਮਾਂ ਵਿੱਚ ਜੋ ਸੀ ਉਹ ਮਿਲ ਗਿਆ। ਖੇਤ ਵਿੱਚ ਪਾਣੀ ਦੀ ਵਾਰੀ ਫਿਰ ਰਾਤ ਨੂੰ ਹੋ ਗਈ। ਮੈਂ ਰਾਤ ਨੂੰ 12 ਵਜੇ ਉੱਠ ਕੇ ਚਾਹ ਬਣਾ ਕੇ ਦਿੰਦੀ ਤੇ ਫਿਰ ਸੌਂ ਜਾਂਦੀ। ਅੱਜ ਜਦੋਂ ਸਵੇਰੇ ਮੇਰੇ ਘਰ ਵਾਲਾ ਵਾਪਸ ਆਇਆ ਤਾਂ ਉਹਨੇ ਲਾਈਟ ਛੱਡੀ ਤਾਂ ਮੈਨੂੰ ਕੁਝ ਵੀ ਪਤਾ ਨਹੀਂ ਲੱਗਿਆ। ਉਸਨੇ ਅੱਜ ਮੈਨੂੰ ਉਠਾਇਆ ਤੇ ਮੇਰੇ ਵੱਲ ਅੱਖਾਂ ਕੱਢ ਰਿਹਾ ਸੀ।
ਮੈਂ ਦੇਖਿਆ ਕਿ ਮੇਰੇ ਦੋਨੇ ਹੱਥ ਮੇਰੀ ਸਲਵਾਰ ਦੇ ਵਿੱਚ ਸੀ। ਮੈਂ ਛੇਤੀ ਆਪਣੇ ਹੱਥ ਬਾਹਰ ਕੱਢੇ, ਪਰ ਉਹਨੇ ਮੈਨੂੰ ਕੁਝ ਵੀ ਨਹੀਂ ਕਿਹਾ। ਪਰ ਮੈਂ ਉੱਠ ਕੇ ਬੈਠ ਗਈ ਤੇ ਫਿਰ ਮੇਰੇ ਹੰਝੂਆਂ ਦੀ ਝੜੀ ਲੱਗ ਗਈ। ਮੈਂ ਸੋਚਿਆ, ਜੇ ਮੈਨੂੰ ਮੇਰੀ ਸੱਸ ਜਾਂ ਸਹੁਰਾ ਦੇਖ ਲੈਂਦੇ ਤਾਂ ਕੀ ਬਣਦਾ। ਹੁਣ ਮੈਂ 35 ਸਾਲ ਦੀ ਹੋ ਗਈ ਸੀ, ਪਰ ਮੈਂ ਅੱਜ ਵੀ ਇਹੀ ਸੋਚ ਰਹੀ ਸੀ, ਅੱਜ ਵੀ ਮੇਰਾ ਕੀ ਕਸੂਰ ਸੀ। ਤਾਂ ਦੋਸਤੋ, ਅੱਜ ਦੀ ਕਹਾਣੀ ਮੇਰਾ ਕੀ ਕਸੂਰ ਸੀ ਜੇਕਰ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦਿਓ। ਨਾਲ ਹੀ ਚੈਨਲ ਨੂੰ ਜੇਕਰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਬੈਲ ਆਈਕਨ ਦਾ ਬਟਨ ਦਬਾ ਕੇ ਆਲ ਤੇ ਕਰ ਦਿਓ, ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਕਹਾਣੀਆਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਅਤੇ ਇਸ ਕਹਾਣੀ ਨੂੰ ਲੈ ਕੇ ਆਪਣੇ ਕੀਮਤੀ ਸੁਝਾਅ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ। ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।